किसान वीरों, किसानी लोड़ां, किसानी सवाल, किसानी जिग्यासावां, पशु पालकां दीआं समस्यावां, पशु पालकां दे वक्खो वक्खरे उपराले, उन्हां नूं समर्पित प्रोग्राम मेरा पिंड मेरे खेत विच तुहाडा स्वागत करदे हां। किसान वीरों, साडे डेयरी फार्म की जिहड़ी बुनियाद आ वो साडी अगली पीढ़ी भाव कटड़ू वछड़ू जां कट्टियां वछियां जिहड़ियां उन्हां दे नाल बनदी है। इहदे नाल ही बड़ा महत्वपूर्ण है क्योंकि साडा सारा जीवन जिहड़ा है वो जिहड़े भी जानवर जां इंसान ने वो खुराक दे उत्ते निर्भर करता है। खुराक किहो जी होनी चाहिए आ, खुराक दे विच किहड़ियां-किहड़ियां चीज़ां जिहड़ियां जां किहड़े-किहड़े तत्त वो सानूं शामिल करने चाहिए, इहदे संबंधी असीं जानकारी लैण वास्ते आए हैं गुरु अंगद देव वैटनरी अते एनीमल साइंस यूनिवर्सिटी लुधियाना विखे। साडे नाल ने डॉक्टर रविंदर सिंह गरेवाल जिहड़े कि इत्थों दे डायरैक्टर ने लाइव स्टॉक फार्मां दे, जिथे विच सारे पशु डेयरी सूर बकरी ये सारे पाले जाते हैं। डॉक्टर साहब तुहाडा स्वागत करते हैं जी। थैंक यू जी। डॉक्टर साहब विशेष तौर पर तुसीं जिहड़े खुराक दे माहर जे ते उस पक्षों वेखो अजकल ना सारियां चीज़ां जिहड़ियां वो बड़े पेशेवर ढंग नाल कीतियां जांदियां। साडे डेयरी फार्म जिहड़े वड्डे हो गए ने, कमर्शियल हो गए ने, इस करके बड़ा जरूरी हो जाता है कि साडा किसान वीर जां जिहड़ा साडा डेयरी पालक आ उहनूं सारियां चीज़ां दा ज्ञान वधिया होवे ते तुहाडे वर्गे माहर जिहड़े आ जे उहनां नाल असीं गुफ्तगू करदे रहीए तो उहनां कोले जिहड़ा ज्ञान जांदा रहिंदा। विशेष तौर पर अज आपां गल करांगे पशुआं दी खुराक संबंधी ते एक जिहड़ा खास शब्द जिहड़ा है वो असीं भी खित्ते 'चों सुणदे रहिंदे आ काफ स्टार्टर दा, ਉਹਦਾ ਆਪਾਂ ਜ਼ਿਕਰ ਜਿਹੜਾ ਵਿੱਚ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਤੇ ਡਾਕਟਰ ਸਾਹਿਬ ਵੇਖੋ ਖੁਰਾਕ ਦਾ ਜਿਹੜਾ ਜ਼ਿੰਮਾ ਹੈ ਉਹ ਤੇ ਜਦੋਂ ਕੋਈ ਵੀ ਜੀਵ ਪੈਦਾ ਹੁੰਦਾ ਨਾਲ ਦੇ ਨਾਲ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਆਪਾਂ ਉਸੇ ਦਿਨ ਤੋਂ ਹੀ ਗੱਲ ਕਰਦੇ ਹਾਂ ਕਿ ਪਹਿਲੇ ਮਿੰਟਾਂ ਦੇ ਵਿੱਚ ਜਿਹੜਾ ਵਾ ਸਾਨੂੰ ਖੁਰਾਕ ਦੀ ਲੋੜ ਪੈ ਜਾਂਦੀ ਆ। ਛੋਟੇ ਜਿਹੜੇ ਸਾਡੇ ਕੱਟੇ ਬੱਚੇ ਜਿਹੜੇ ਉਹ ਪੈਦਾ ਹੁੰਦੇ ਨੇ ਉਹਨਾਂ ਵਾਸਤੇ ਉੱਥੋਂ ਹੀ ਤੋਂ ਇਹ ਗੱਲ ਸ਼ੁਰੂ ਕਰੋ ਜੀ ਇੱਕ ਵਾਰ। ਹਾਂਜੀ ਹਰਪ੍ਰੀਤ ਜੀ, ਇੱਕ ਬਹੁਤ ਅਹਿਮ ਵਿਸ਼ਾ ਜਿਹੜੇ ਛੋਟੇ ਕਟਰੂ ਜਾਂ ਬਛੜੂ ਨੇ ਆਪਾਂ ਜਿਨ੍ਹਾਂ ਨੂੰ ਭਵਿੱਖ ਦੇ ਵਿੱਚ ਲਵੇਰੀਆਂ ਬਣਨਾ, ਉਹਨਾਂ ਦੀ ਸਾਂਭ ਸੰਭਾਲ ਤੇ ਖੁਰਾਕ ਬਹੁਤ ਅਹਿਮ ਆ। ਇਹ ਦੇਖਿਆ ਗਿਆ ਕਿ ਜੇ ਪਹਿਲੇ 4 ਮਹੀਨੇ ਉਹਨਾਂ ਨੂੰ ਸਹੀ ਤਰ੍ਹਾਂ ਦੀ ਖੁਰਾਕ ਦਿੱਤੀ ਜਾਂਦੀ ਆ ਤਾਂ ਉਹ ਛੇਤੀ ਦੁੱਧ ਵਿੱਚ ਆਉਂਦੇ ਆ ਵੱਡੇ ਹੋ ਕੇ, ਤੇ ਦੁੱਧ ਵੀ ਜ਼ਿਆਦਾ ਦਿੰਦੇ ਆ। ਕਈ ਵਾਰ ਆਪਾਂ ਆਮ ਤੌਰ 'ਤੇ ਕਿਸਾਨ ਵੀਰ ਪਿੰਡਾਂ 'ਚ ਕੀ ਕਰਦੇ ਆ ਕਿ ਛੋਟੇ ਕਟਰੂ ਬਛੜੂ ਨੂੰ ਬਿਲਕੁਲ ਇਗਨੋਰ ਕਰ ਦਿੰਦੇ ਆ। ਉਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਵਾਧਾ ਘੱਟ ਹੁੰਦਾ, ਇੱਕ ਉਹ ਸੂਣ ਦੀ ਉਮਰ ਵੱਧ ਜਾਂਦੀ ਆ। ਤੀਸਰਾ ਜਿਹੜੇ ਕਿ ਆਮ ਕਿਸਾਨ ਵੀਰ ਸ਼ਾਇਦ ਇਸ 'ਤੇ ਜ਼ਿਆਦਾ ਸੁਚੇਤ ਨਹੀਂ, ਉਹਦਾ ਦੁੱਧ ਵੀ ਜਿਹੜਾ ਹੈ ਉਹ ਘਟਦਾ ਕਿਉਂਕਿ ਲੇਵੇ 'ਚ ਜਿਹੜੇ ਸੈੱਲ ਨੇ ਉਹ ਸ਼ੁਰੂ ਦੇ ਮਹੀਨਿਆਂ ਵਿੱਚ ਖੁਰਾਕ ਕਿਸ ਤਰ੍ਹਾਂ ਦੀ ਆ, ਲੇਵੇ 'ਚ ਦੁੱਧ ਪੈਦਾ ਕਰਨ ਵਾਲੇ ਸੈੱਲਾਂ ਦੀ ਗਿਣਤੀ ਉਸ 'ਤੇ ਨਿਰਭਰ ਕਰਦੀ ਆ। ਇਸ ਕਰਕੇ ਜਿਹੜਾ ਸ਼ੁਰੂ ਦੀ ਖੁਰਾਕ ਆ ਬਹੁਤ ਅਹਿਮ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪਹਿਲੇ ਦਿਨ ਤੋਂ ਕਿਸ ਤਰ੍ਹਾਂ ਕਰਨਾ, ਉਹ ਇਸ ਤਰ੍ਹਾਂ ਕਿ ਜਦੋਂ ਕੱਟੀ ਜਾਂ ਵੱਛੀ ਪੈਦਾ ਹੁੰਦੀ ਆ ਤੇ ਉਹਨੂੰ ਜਿੰਨੀ ਛੇਤੀ ਹੋ ਸਕੇ ਮਾਂ ਦਾ ਬੋਲਾ ਦੁੱਧ ਪਿਲਾਉਣਾ। ਉਹਦੇ ਵਿੱਚ ਇਮਿਊਨੋਗਲੋਬੂਲਿਨ ਕਹਿੰਦੇ ਆ ਜਿਹਦੇ ਨਾਲ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਮਿਲਦੀ ਆ, ਤੇ ਉਹ ਹੁੰਦੇ ਆ ਉਹ ਜਜ਼ਬ ਕਰਨ ਦੀ ਸ਼ਕਤੀ ਆ ਜਿਹੜੀ ਉਹ ਤੇਜ਼ੀ ਨਾਲ ਘਟਦੀ ਆ। ਇਹ ਦੇਖਿਆ ਕਿ ਪਹਿਲੇ 5-6 ਘੰਟੇ ਦੇ ਵਿੱਚ ਹੀ ਉਹ ਕਟਰੂ ਜਾਂ ਬਛੜੂ ਦੇ ਵਿੱਚ ਜ਼ਿਆਦਾ ਹੁੰਦੀ ਆ, ਉਸ ਤੋਂ ਬਾਅਦ ਉਹ ਘਟਣ ਲੱਗ ਜਾਂਦੀ ਆ। ਇਸ ਕਰਕੇ ਇਹ ਆਪਾਂ ਬਿਲਕੁਲ ਨਹੀਂ, ਜਿਸ ਤਰ੍ਹਾਂ ਕਈ ਵਾਰ ਧਾਰਨਾ ਹੁੰਦੀ ਹੈ ਕਿ ਜਿੰਨਾ ਚਿਰ ਜੇਰ ਨਹੀਂ ਪੈਂਦੀ ਅਸੀਂ ਬੋਲਾ ਦੁੱਧ ਨਹੀਂ ਪਿਲਾਉਣਾ, ਬਿਲਕੁਲ ਨਹੀਂ। ਜਿੰਨੀ ਛੇਤੀ ਹੋ ਸਕਦਾ 2-3 ਘੰਟਿਆਂ ਦੇ ਵਿੱਚ ਹੀ ਉਹ 4 ਕਿਲੋ ਘੱਟੋ ਘੱਟ ਬੋਲਾ ਦੁੱਧ ਸਾਫ਼ ਸੁਥਰਾ ਉਹਦੇ ਅੰਦਰ ਕਟਰੂ ਦੇ ਚਲੇ ਜਾਵੇ, ਤੇ 5 ਦਿਨ ਤੱਕ ਘੱਟੋ ਘੱਟ ਮਾਂ ਦਾ ਦੁੱਧ ਜ਼ਰੂਰ ਪਿਲਾਉਣਾ। ਜੇਕਰ ਵੱਡੇ ਫਾਰਮ 'ਤੇ ਕਈ ਵਾਰ ਆਪਾਂ ਕਟਰੂਆਂ ਨੂੰ ਅਲੱਗ ਤੋਂ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੇ ਹਾਂ, ਝੰਗਾਉਂਦੇ ਨਹੀਂ, ਉਸ ਹਾਲਤ ਵਿੱਚ ਵੀ ਪਹਿਲੇ 5 ਦਿਨ ਆ ਜਿਹੜਾ ਉਹ ਮਾਂ ਦਾ ਦੁੱਧ ਬੋਲਾ ਪਿਲਾਉਣਾ। ਉਸ ਤੋਂ ਬਾਅਦ ਆ ਜਿਹੜਾ ਉਹ ਆਪਾਂ ਨੋਰਮਲ ਦੁੱਧ ਪਿਲਾ ਸਕਦੇ ਹਾਂ। 4 ਤੋਂ 5 ਕਿਲੋ ਸ਼ੁਰੂਆਤ ਤੋਂ ਸ਼ੁਰੂ ਕਰਨਾ। ਡਾਕਟਰ गरेवाल जी ਵੇਖੋ ਜਿਵੇਂ ਬੜਿਆ ਮਹਾਤਮ ਮੰਨਿਆ ਜਾਂਦਾ ਕਿ ਜਿਹੜਾ ਬੌਲੀ ਦਾ ਦੁੱਧ ਆ ਕਿ ਉਹਦੇ ਵਿੱਚ ਬਹੁਤ ਕੁਛ ਇਹੋ ਜਿਹੇ ਗੁਣਕਾਰੀ ਤੱਤ ਹੁੰਦੇ ਨੇ ਜਿਨ੍ਹਾਂ ਦੇ ਨਾਲ ਜਿਹੜਾ ਵਾ ਉਹ ਆਉਂਦੇ ਜਿਹੜੇ ਦਿਨ ਨੇ ਜਿਹੜੇ ਭਵਿੱਖ ਦਾ ਜੀਵਨ ਆ ਸਾਡਾ ਉਹਦੇ ਵਾਸਤੇ ਉਹ ਬੜਾ ਫਾਇਦੇਮੰਦ ਰਹਿੰਦਾ। ਤੇ ਡਾਕਟਰ गरेवाल ਜਦੋਂ ਅਸੀਂ ਇਹ ਬੌਲੀ ਦੀ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹ ਅਗਲੇ ਦਿਨਾਂ ਦੇ ਵਿੱਚ ਉਹਦੀ ਖੁਰਾਕ ਦੇ ਵਿੱਚ ਵੇਖੋ ਜਿਹੜੇ ਵੀ ਸਾਡੇ ਪਸ਼ੂ ਨੇ, ਜਿਵੇਂ ਤੁਸੀਂ ਗੱਲ ਕੀਤੀ ਕਿ ਇਹਨਾਂ ਨੇ ਵਧੀਆ ਜਿਹੜਾ ਅੱਗੋਂ ਗਾਵਾਂ ਜਾਂ ਮੱਝਾਂ ਬਣਨਾ ਹੈ, ਤੇ ਨਾਲ ਦੇ ਨਾਲ ਇਹ ਆ ਵੀ ਸਾਡੇ ਕੋਲ ਜਿਹੜੇ ਉਹ ਨਰ ਪਸ਼ੂ ਆ ਉਹਨਾਂ ਨੂੰ ਚੰਗੇ ਸਾਂਢ ਦੇ ਤੌਰ ਦੇ ਉੱਤੇ ਪਾਲਣ। ਅੱਜ ਕੱਲ੍ਹ ਕਈ ਵਾਰੀ ਅਖਬਾਰਾਂ 'ਚ ਵੇਖੀਏ ਲੱਖਾਂ ਰੁਪਈਏ ਤੱਕ ਉਹਨਾਂ ਦੀ ਕੀਮਤ ਵੀ ਜਾ ਚੁੱਕੀ ਆ। ਉਸ ਪੱਖੋਂ ਫਿਰ ਅਗਲੇ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਖੁਰਾਕ ਦੇ ਵਿੱਚ ਕਿਸ ਤਰੀਕੇ ਦੀਆਂ ਤਬਦੀਲੀਆਂ ਲਿਆਉਣੀਆਂ ਬਣਦੀਆਂ ਜੀ? ਹਾਂਜੀ, ਇਸ ਤਰ੍ਹਾਂ ਜਿਹੜਾ ਜਦੋਂ ਕਟਰੂ ਜਾਂ ਬਛਰੂ ਜੰਮਦਾ ਉਹਦਾ ਜਿਹੜਾ ਮਿਹਦਾ ਵਾ ਉਹ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੁੰਦਾ। ਇਹ ਜਿਹੜੇ ਜਗਾਲੀ ਵਾਲੇ ਪਸ਼ੂ ਨੇ ਇਹਨਾਂ ਦੇ ਵਿੱਚ ਜਿਹੜਾ ਮਿਹਦਾ ਵਾ ਉਹਨੂੰ ਕੰਪਲੈਕਸ ਜਾਂ ਆਪਾਂ ਸੰਯੁਕਤ ਮਿਹਦਾ ਕਹਿੰਦੇ ਆ,
ਉਹਦੇ ਵਿੱਚ ਜਿਹੜਾ ਪਹਿਲਾ ਹਿੱਸਾ ਜਿਹਨੂੰ ਰਿਊਮਨ ਕਹਿੰਦੇ ਆ, ਕਾਫੀ ਕਿਸਾਨ ਵੀਰਾਂ ਨੇ ਇਹ ਸੁਣਿਆ ਹੋਊਗਾ, ਉਹਦੇ ਵਿੱਚ ਚਾਰਾ ਜਾਂ ਤੂੜੀ ਹਜਮ ਕਰਨ ਦੀ ਸ਼ਕਤੀ ਹੁੰਦੀ ਆ। ਛੋਟੇ ਪਸ਼ੂ ਦੇ ਵਿੱਚ ਇਹ ਬਿਲਕੁਲ ਡਿਵੈਲਪ ਨਹੀਂ ਹੁੰਦਾ। ਜਨਮ ਤੋਂ ਬਾਅਦ ਹੌਲੀ ਹੌਲੀ ਇਹ ਬਣਨਾ ਸ਼ੁਰੂ ਹੁੰਦਾ ਤੇ 4 ਤੋਂ 5 ਮਹੀਨੇ ਤੱਕ ਰਿਊਮਨ ਆ ਜਿਹੜਾ ਉਹ ਆਪਣਾ ਕੰਮ ਕਰਨਾ ਪੂਰਾ ਸ਼ੁਰੂ ਕਰਦਾ। ਇਸ ਕਰਕੇ ਜਿਹੜੇ ਪਹਿਲੇ 3-4 ਮਹੀਨੇ ਨੇ ਉਹਦੇ ਵਿੱਚ ਇਹ ਜਿਹੜਾ ਕਟਰੂ ਜਾਂ ਬਛਰੂ ਆ ਉਹ ਸਿੰਪਲ ਸਟੋਮਿਕ ਐਨੀਮਲ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਕਹਿਰੇ ਮਿੱਧੇ ਵਾਲੇ ਜਾਨਵਰਾਂ ਦੇ ਬਰਾਬਰ ਦੀ ਤਰ੍ਹਾਂ ਖੁਰਾਕ ਉਹਨੂੰ ਚਾਹੀਦੀ ਆ। ਜਿਸ ਤਰ੍ਹਾਂ ਆਪਾਂ ਬੰਦਿਆਂ ਦੇ ਵਿੱਚ ਵੀ ਕਹਿਰਾ ਮਿੱਧਾ, ਸੂਰਾਂ ਵਿੱਚ ਵੀ ਕਹਿਰਾ ਮਿੱਧਾ, ਤੇ ਉਹਦੇ ਵਿੱਚ ਜਿਹੜੀ ਹਾਈ ਕੁਆਲਿਟੀ ਖੁਰਾਕ ਦੀ ਜ਼ਰੂਰਤ ਪੈਂਦੀ ਆ। ਉਹਨਾਂ ਦੇ ਵਿੱਚ ਤੂੜੀ ਚਾਰਾ ਪਹੁੰਚਾਉਣ ਦੀ ਸ਼ਕਤੀ ਹਜੇ ਵਿਕਸਿਤ ਨਹੀਂ ਹੋਈ ਹੁੰਦੀ, ਤੇ ਇਸ ਕਰਕੇ ਅਸੀਂ ਦੁੱਧ ਦੇ ਨਾਲ 7ਵੇਂ ਤੋਂ 10ਵੇਂ ਦਿਨ ਦੇ ਵਿੱਚ ਕਾਫ ਸਟਾਰਟਰ ਸ਼ੁਰੂ ਕਰ ਦਿੰਦੇ ਹਾਂ। ਕਾਫ ਸਟਾਰਟਰ ਹੋਰ ਕੁਛ ਨਹੀਂ ਬਲਕਿ ਇੱਕ ਸਪੈਸ਼ਲ ਤਰੀਕੇ ਨਾਲ ਬਣਾਇਆ ਹੋਇਆ ਵੰਡ ਹੁੰਦਾ। ਜਿਹੜਾ ਦੁਧਾਰੂ ਪਸ਼ੂਆਂ ਦਾ ਵੰਡ ਹੁੰਦਾ ਉਹ ਬੇਸ਼ੱਕ ਕਿ ਕਾਫੀ ਮਹਿੰਗਾ ਵੀ ਬਣਦਾ, ਪਰ ਜੇ ਅਸੀਂ ਉਹੀ ਵੰਡ ਛੋਟੇ ਕਟਰੂ ਜਾਂ ਬਛਰੂ ਨੂੰ ਪਾਵਾਂਗੇ ਉਹਦੇ ਨਾਲ ਉਹਦਾ ਵਾਧਾ ਨਹੀਂ ਹੋਵੇਗਾ। ਉਹਨਾਂ ਬੇਸ਼ੱਕ ਤੁਹਾਡੀ ਲਾਗਤ ਆ ਜਾਂ ਪੈਸਾ ਉਹ ਖਰਾਬ ਹੋਏਗਾ। ਉਹਦੇ ਵਿੱਚ ਤਬਦੀਲੀਆਂ ਕਰਨੀਆਂ ਪੈਂਦੀਆਂ ਨੇ। ਉਹਦੇ ਵਿੱਚ ਜਿਸ ਤਰ੍ਹਾਂ ਸਰੋਂ ਦੀ ਖਾਲ ਆ, ਦੁਧਾਰੂ ਪਸ਼ੂ ਖਾ ਸਕਦੇ ਆ, ਪਚਾ ਸਕਦੇ ਆ, ਪਰ ਛੋਟਾ ਕਟਰੂ ਬਛਰੂ ਉਸ ਨੂੰ ਨਹੀਂ ਕਰ ਸਕਦਾ। ਬੜੇਵੇਂ ਦੀ ਖਾਲ ਆ, ਇਸੇ ਤਰ੍ਹਾਂ ਛੋਟਾ ਕਟਰੂ ਬਛਰੂ ਬੜੇਵੇਂ ਦੀ ਖਾਲ ਨਹੀਂ ਖਾ ਸਕਦਾ। ਤੇ ਉਹ ਚੀਜ਼ਾਂ ਤੋਂ ਬਿਨਾਂ ਇੱਕ ਕਾਫ ਸਟਾਰਟਰ ਵੰਡ ਹੁੰਦਾ, ਉਹ ਅਸੀਂ 7ਵੇਂ ਤੋਂ 10ਵੇਂ ਦਿਨ ਦੇ ਵਿੱਚ ਅਸੀਂ ਸ਼ੁਰੂ ਕਰ ਦੇਣਾ। ਦੁੱਧ ਦੇ ਨਾਲ ਕਾਫ ਸਟਾਰਟਰ ਜਿੰਨਾ ਖਾ ਲਵੇ, ਹਰ ਵਕਤ ਉਹਦੇ ਮੂਹਰੇ ਕਾਫ ਸਟਾਰਟਰ। ਉਹਨੇ ਸ਼ੁਰੂ ਦੇ ਵਿੱਚ 50 ਗ੍ਰਾਮ 100 ਗ੍ਰਾਮ ਤੋਂ ਜ਼ਿਆਦਾ ਖਾਣਾ ਨਹੀਂ। ਸਾਫ ਸੁਥਰਾ ਕਾਫ ਸਟਾਰਟਰ ਭਾਂਡੇ 'ਚ ਪਾ ਕੇ ਰੱਖਣਾ ਤੇ ਨਾਲ ਪਾਣੀ ਖੁੱਲ੍ਹਾ ਪੀਣ ਨੂੰ। ਕਈ ਵਾਰ ਕਿਸਾਨ ਵੀਰ ਪਾਣੀ ਬਿਲਕੁਲ ਇਗਨੋਰ ਕਰ ਦਿੰਦੇ ਆ। ਇਹ ਦੇਖਿਆ ਗਿਆ ਕਿ ਜੇਕਰ ਅਸੀਂ ਪਾਣੀ ਜਿੰਨਾ ਉਹਦੀ ਲੋੜ ਮੁਤਾਬਕ ਪੀ ਸਕੇ, ਅਸੀਂ ਉਪਲਬਧ ਕਰਾਈਏ ਸਾਫ ਸੁਥਰਾ ਪਾਣੀ, ਇਹਦੇ ਨਾਲ ਹੀ ਉਹਦਾ ਪ੍ਰਤੀ ਦਿਨ ਵਾਧਾ ਜਿਹੜਾ ਉਹ 150 ਤੋਂ 200 ਗ੍ਰਾਮ ਐਕਸਟਰਾ ਹੋ ਜਾਂਦਾ। ਤੇ ਇਸ ਕਰਕੇ ਪਾਣੀ ਦੀ ਮਹੱਤਤਾ ਬਹੁਤ ਜ਼ਿਆਦਾ, ਜਿੰਨਾ ਉਹ ਪੀ ਸਕੇ ਉਹਦੇ ਨਾਲ ਹਿਊਮਨ ਡਿਵੈਲਪਮੈਂਟ ਵੱਲ ਵੀ ਜ਼ਿਆਦਾ ਉਹਨੂੰ ਸਹਾਈ ਹੁੰਦਾ ਤੇ ਉਹ ਛੇਤੀ ਉਹਦੀ ਪਾਚਨ ਸ਼ਕਤੀ ਵੱਧਦੀ ਆ। ਇਸ ਕਰਕੇ ਕਾਫ ਸਟਾਰਟਰ 10ਵੇਂ ਦਿਨ ਤੋਂ ਸ਼ੁਰੂ ਕਰ ਦੇਣਾ। ਦੁੱਧ ਆ ਜਿਹੜਾ ਉਹ 4 ਤੋਂ 5 ਕਿਲੋ ਨਾਲ ਜਾਰੀ ਰਹੂਗਾ। ਇਸ ਤਰ੍ਹਾਂ ਕਰਦੇ ਅਸੀਂ ਘੱਟੋ ਘੱਟ 1 ਮਹੀਨੇ ਤੱਕ ਕਾਫ ਸਟਾਰਟਰ ਤੇ ਦੁੱਧ ਪੂਰੀ ਮਾਤਰਾ ਦੇ ਵਿੱਚ 5 ਕਿਲੋ ਡੇਲੀ ਦਾ ਤੇ ਕਾਫ ਸਟਾਰਟਰ ਪਿਲਾਉਣਾ। ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਾਫ ਸਟਾਰਟਰ ਦੀ, ਹੁਣ ਸਾਡੇ ਕਈ ਜਿਹੜੇ ਪੇਂਡੂ ਭਾਈਚਾਰੇ ਤੋਂ ਆਉਂਦੇ ਆ, ਉਹਨਾਂ ਨੂੰ ਇਸ ਗੱਲ ਦੀ ਬਹੁਤੀ ਸਪਸ਼ਟਤਾ ਨਹੀਂ ਹੁੰਦੀ ਵੀ ਕਾਫ ਸਟਾਰਟਰ ਜਿਹੜਾ ਵਾ ਉਹ ਸ਼ਬਦ ਅਸੀਂ ਪਹਿਲੀ ਵਾਰੀ ਸੁਣਿਆ। ਤੇ ਚਲੋ ਭਾਵੇਂ ਹੈ, ਤੁਸੀਂ ਦੱਸਿਆ ਕਿ ਪਸ਼ੂ ਖੁਰਾਕ ਦੇ ਤੌਰ ਦੇ ਉੱਤੇ ਅਸੀਂ ਕੋਈ ਉਹਦਾ ਮਿਸ਼ਰਣ ਬਣਾਉਣਾ ਹੁੰਦਾ ਤੇ ਜਿਹ 'ਚ ਖਲਾਂ ਵਗੈਰਾ ਦਾ ਪ੍ਰਯੋਗ ਜਿਹੜਾ ਨਾ ਕੀਤਾ ਜਾਏ। ਹੁਣ ਮੋਟੇ ਤੌਰ ਤੇ ਜਿਹੜਾ ਇਹੋ ਜਿਹਾ ਜਿਹੜਾ ਕੋਈ ਕਾਫ ਸਟਾਰਟਰ ਤਿਆਰ ਕਰਨਾ ਹੋਏ, ਉਹ ਸਾਡਾ ਪਸ਼ੂ ਪਾਲਕ ਵੀਰ ਕਿਵੇਂ ਆਪ ਕਰ ਸਕਦਾ ਹੈ ਕਿ ਬਾਜ਼ਾਰੋਂ ਮਿਲਦਾ, ਜਾਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਇਸ ਦੇ ਉੱਤੇ ਆਪਣਾ ਅਭਿਆਸ ਕਰ ਸਕਦਾ ਹੈ? ਹਾਂਜੀ, ਇਸ ਤਰ੍ਹਾਂ ਕਾਫ ਸਟਾਰਟਰ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੋਰ ਕੁਛ ਨਹੀਂ, ਇੱਕ ਸਪੈਸ਼ਲ ਤਰ੍ਹਾਂ ਦਾ ਵੰਡ ਹੁੰਦਾ ਤੇ ਉਹਦੇ ਵਿੱਚ ਅਸੀਂ ਪ੍ਰੋਟੀਨ ਆ ਜਿਹੜੀ ਉੱਚਤਮ ਕੁਆਲਿਟੀ ਦੀਆਂ ਖਲਾਂ ਤੋਂ ਲੈਂਦੇ ਆ। ਉਦਾਹਰਨ ਦੇ ਤੌਰ ਤੇ ਸੋਇਆਬੀਨ ਮੀਲ ਆ ਜਿਹੜੀ, ਉਹ ਅਸੀਂ ਪ੍ਰੋਟੀਨ ਪੂਰੀ ਕਰਨ ਲਈ ਉਹਦੇ ਵਿੱਚ ਵਰਤਦੇ ਹਾਂ। ਫੁੱਲ ਫੈਟ ਰੋਸਟਡ ਸੋਇਆ, ਜਿਹਨੂੰ ਭੁੰਨੀ ਹੋਈ ਸੋਇਆਬੀਨ ਕਹਿੰਦੇ ਆ, ਉਹ ਵਰਤਦੇ ਹਾਂ, ਜਾਂ ਮੂੰਗਫਲੀ ਦੀ ਖਾਲ ਆ ਉਹ ਵਰਤਦੇ ਹਾਂ। ਜਿਹੜੇ ਅਸੀਂ ਪੋਲਟਰੀ, ਸੂਰਾਂ ਜਾਂ ਬੰਦਾ ਖਾ ਸਕੇ ਉਹ ਚੀਜ਼ਾਂ ਅਸੀਂ ਕਾਫ ਸਟਾਰਟਰ ਦੇ ਵਿੱਚ ਪਾਉਂਦੇ ਹਾਂ। ਕੁਆਲਿਟੀ ਉਹਦੀ ਜ਼ਿਆਦਾ ਹਾਈ ਹੁੰਦੀ ਆ। ਤੇ ਉਦਾਹਰਨ ਮੋਟੇ ਜਿਹੇ ਤੌਰ ਤੇ ਆਪਾਂ ਦੇਖੀਏ ਤੇ 40% ਉਹਦੇ ਵਿੱਚ ਅਸੀਂ ਅਨਾਜ ਮੱਕੀ ਪਾਉਂਦੇ ਹਾਂ ਤੇ 30% ਸੋਇਆਬੀਨ ਦੀ ਖਾਲ ਜਿਹਨੂੰ ਮੀਲ ਕਹਿੰਦੇ ਆ, 28-30% ਉਹ ਪਾਉਂਦੇ ਆ। 4-5% ਅਸੀਂ ਫੁੱਲ ਫੈਟ ਰੋਸਟਡ ਸੋਇਆ ਉਹ ਪਾ ਸਕਦੇ ਹਾਂ। ਜੇ ਗਰਾਊਂਡਨਟ ਕੇਕ ਤੁਹਾਡੇ ਕੋਲ ਵਧੀਆ ਕੁਆਲਿਟੀ ਦਾ ਹੈਗਾ, ਮੂੰਗਫਲੀ ਦੀ ਖਾਲ, ਅਸੀਂ ਸੋਇਆਬੀਨ ਮੀਲ ਆ ਜਿਹੜੀ ਉਹ 20 ਕਰਕੇ 10 ਕਿਲੋ ਅਸੀਂ ਮੂੰਗਫਲੀ ਦੀ ਖਾਲ ਵਿੱਚ ਪਾ ਸਕਦੇ ਹਾਂ। ਇਸ ਤੋਂ ਬਿਨਾਂ ਥੋੜ੍ਹਾ ਬਹੁਤਾ 5-4 ਕਿਲੋ ਚੋਕਰ ਵੀ ਪਾ ਸਕਦੇ ਹਾਂ। ਰਾਈਸ ਪੋਲਿਸ਼ 5-4 ਕਿਲੋ ਪਾ ਸਕਦੇ ਹਾਂ। ਲੇਕਿਨ ਡੀਵਲਡ ਰਾਈਸ ਪੋਲਿਸ਼, ਮਸਟਰਡ ਕੇਕ, ਸਰੋਂ ਦੀ ਖਾਲ, ਬੜੇਵੇਂ ਦੀ ਖਾਲ, ਇਹ ਚੀਜ਼ਾਂ ਨਹੀਂ ਪਾਉਣੀਆਂ। ਇਹ ਉਹਨਾਂ 'ਚ ਪਚਾਉਣ ਦੀ ਜਿਹੜੀ ਹੈਗੀ ਆ, ਜਾਂ ਛਿਲਕਾ ਵਗੈਰਾ ਜਿਹਨੂੰ ਛੋਲਿਆਂ ਦਾ, ਉਹ ਚੀਜ਼ਾਂ ਨਹੀਂ ਪਾਉਣੀਆਂ। ਤੇ ਇਸ ਤੋਂ ਬਿਨਾਂ ਅਸੀਂ ਇਹਦੇ ਵਿੱਚ ਮਿਨਰਲ ਮਿਕਸਚਰ ਤੇ ਲੂਣ ਹਰੇਕ ਵੰਡ ਦੇ ਵਿੱਚ ਪੈਂਦਾ, ਇਹਦੇ ਵਿੱਚ ਵੀ ਪੈਂਦਾ। 2% ਮਿਨਰਲ ਮਿਕਸਚਰ, 1% ਲੂਣ। ਲੇਕਿਨ ਇਸ ਤੋਂ ਬਿਨਾਂ ਥੋੜ੍ਹੀਆਂ ਜਿਹੀਆਂ ਇਹਦੇ ਵਿੱਚ 2-4 ਦਵਾਈਆਂ ਐਕਸਟਰਾ ਹੁੰਦੀਆਂ ਨੇ, ਜਿਹਦੇ ਨਾਲ ਪਸ਼ੂ ਦਾ ਵਾਧਾ ਜਿਹੜਾ ਉਹ ਤੇਜ਼ੀ ਨਾਲ ਹੁੰਦਾ। ਕੁਛ ਐਨਜ਼ਾਈਮ ਨੇ ਜਾਂ ਕੁਛ ਅਸੀਂ ਉਹਦੇ ਵਿੱਚ ਪ੍ਰੋਬਾਇਓਟਿਕ, ਪ੍ਰੀਬਾਇਓਟਿਕ ਜਿਹਨੂੰ ਕਹਿੰਦੇ ਆ, ਲੈਕਟੋਬੈਸੀਲਸ ਸਪੀਸੀ ਦੇ ਪ੍ਰੋਬਾਇਓਟਿਕ ਨੇ, ਜਾਂ ਮੌਸ ਆ, ਉਹ ਥੋੜ੍ਹੀ ਬਹੁਤੀਆਂ ਦਵਾਈਆਂ ਪਾ ਸਕਦੇ ਹਾਂ। ਕਿਸਾਨ ਵੀਰ ਜੇ ਕੋਈ ਕਾਫ ਸਟਾਰਟਰ ਬਣਾਉਣਾ ਚਾਹੁੰਦਾ
तो साडे जिहड़े यूनीवर्सिटी दे लिटरेचर छपद आ, साहित छपद आ पंजाबी दे विच, किताबां ने जां मैगजीन ਉਹਦੇ ਵਿੱਚ ਬਣਤਰ ਦਿੱਤੀ ਹੁੰਦੀ ਆ ਜਾਂ ਸਾਡੇ ਨਾਲ ਰਾਬਤਾ ਕਾਇਮ ਕਰਕੇ ਉਹ ਇੱਕ ਇੱਕ ਚੀਜ਼ ਅਸੀਂ ਕਿਉਂਕਿ 12-15 ਆਈਟਮਾਂ ਹੋ ਜਾਂਦੀਆਂ ਨੇ ਤੇ ਸਾਰੀਆਂ ਦੀ ਮਿਕਦਾਰ ਗ੍ਰਾਮਾਂ 'ਚ ਦੱਸਣੀ ਕਈ ਵਾਰ ਥੋੜ੍ਹੀ ਜਿਹੀ ਨਾ ਯਾਦ ਵੀ ਰਹਿਣੀ ਮੁਸ਼ਕਲ ਹੋ ਜਾਂਦੀ ਆ ਤੇ ਉਹ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਆ। ਇਸ ਤੋਂ ਬਿਨਾਂ ਜਿਹੜਾ ਮਾਰਕੀਟ ਦੇ ਵਿੱਚ ਵੀ ਹੁਣ ਕਾਫੀ ਜਿਹੜੀਆਂ ਫੀਡ ਕੰਪਨੀਆਂ ਨੇ ਉਹ ਕਾਫ ਸਟਾਰਟਰ ਨੂੰ ਅਲੱਗ ਰੂਪ ਦੇ ਵਿੱਚ ਲੈ ਕੇ ਆਈਆਂ ਨੇ। ਆਪਣੇ ਲੈਵਲ ਤੇ ਤੁਸੀਂ ਉਹਨੂੰ ਵਰਤ ਸਕਦੇ ਹੋ ਉਹਦੇ ਤੇ। ਹਾਂ, ਕਾਫ ਸਟਾਰਟਰ ਦੇ ਵਰਤ ਕੇ ਤੁਸੀਂ ਅੰਦਾਜ਼ਾ ਲਾਉਣਾ ਵੀ ਇਹ ਕੁਆਲਿਟੀ ਸਹੀ ਆ ਜਾਂ ਨਹੀਂ ਸਹੀ, ਉਹ ਇੰਨਾ ਕੁ ਦੇਖ ਸਕਦੇ ਹੋ ਵੀ ਰੋਜ਼ਾਨਾ ਦਾ 500 ਗ੍ਰਾਮ weight ਵਾਧਾ ਜੇ ਆ ਰਿਹਾ ਤਾਂ ਕਾਫ ਸਟਾਰਟਰ ਠੀਕ ਆ ਤੁਹਾਡਾ। ਤੇ ਜਾਂ ਇਹਨੂੰ ਇੱਕ ਹੋਰ ਪੈਮਾਨੇ ਦੇ ਤੌਰ ਤੇ ਵਰਤ ਸਕਦੇ ਹਾਂ ਕਿ ਜੇ ਤਕਰੀਬਨ 65-70 ਦਿਨਾਂ ਦੇ ਵਿੱਚ ਕਟਰੂ ਦਾ ਭਾਰ ਦੁੱਗਣਾ ਹੋ ਗਿਆ, ਜੇ 35 ਕਿਲੋ ਦਾ ਸੀ ਉਹ 70-75 ਕਿਲੋ ਹੋ ਗਿਆ 65 ਦਿਨਾਂ ਦੇ ਵਿੱਚ 70, ਤਾਂ ਇਹਦਾ ਮਤਲਬ ਤੁਹਾਡਾ ਕਾਫ ਸਟਾਰਟਰ ਠੀਕ ਆ। ਤੇ ਇਹ ਇੱਕ ਮੋਟੇ ਜਿਹੇ ਪੈਮਾਨੇ ਹੁੰਦੇ ਆ। ਤੇ ਜੇ ਤੁਸੀਂ ਸਾਡੀ ਸਹਾਇਤਾ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ, ਤੁਸੀਂ ਜਦੋਂ ਮਰਜ਼ੀ ਆਓ, ਅਸੀਂ ਤੁਹਾਨੂੰ ਕਾਫ ਸਟਾਰਟਰ ਬਣਾਉਣ ਦਾ ਫਾਰਮੂਲਾ ਦੱਸ ਸਕਦੇ ਹਾਂ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਕੁਝ ਕੰਪਨੀਆਂ ਵੀ ਇਹੋ ਜਿਹਾ ਬਣਾਉਂਦੀਆਂ ਨੇ ਤੇ ਤੁਸੀਂ ਉਹ ਬਹੁਤ ਵਾਰੀ ਜਿਹੜਾ ਇਹ ਵੀ ਪ੍ਰਚਾਰ ਕਰਦੇ ਜੇ ਕਿ ਜੇ ਕਿਸੇ ਨੇ ਕੋਈ ਨਿਰਖ ਪਰਖ ਕਰਾਉਣੀ ਹੋਏ ਕੋਈ ਫੀਡ ਦੀ ਜਾਂ ਕੋਈ ਇਹੋ ਜਿਹੀ, ਕਿ ਇਹ ਜਿਹੜਾ ਕਾਫ ਸਟਾਰਟਰ ਆ ਉਹਦੇ ਉੱਤੇ ਵੀ ਆਪਾਂ ਕੋਈ ਪਰਖ ਕਰ ਦਿੰਦੇ ਆ, ਉਹਦਾ ਨਿਰੀਖਣ ਕਰਕੇ ਵੀ ਇਹ ਠੀਕ ਆ ਮਾੜਾ, ਜਾਂ ਕੋਈ ਜੇ ਕੋਈ ਕਰਾਉਣਾ ਚਾਹੇ ਜ਼ਿਮੀਂਦਾਰ ਤਾਂ ਤੁਹਾਡੇ ਕੋਲ ਇਹਦੇ ਵਾਸਤੇ ਪਹੁੰਚ ਕਰ ਸਕਦਾ ਜੀ? ਬਿਲਕੁਲ ਜੀ, ਸਾਡਾ ਪਸ਼ੂ ਆਹਾਰ ਵਿਭਾਗ ਆ ਉਹ ਟੈਸਟ ਕਰਦਾ ਇਹ ਚੀਜ਼ਾਂ। ਉਹਦੇ ਵਿੱਚ ਫਾਈਬਰ ਕਿੰਨਾ ਹੋਣਾ ਚਾਹੀਦਾ, ਪ੍ਰੋਟੀਨ ਕਿੰਨੀ ਹੋਣੀ ਚਾਹੀਦੀ ਆ, ਫੈਟ ਕਿੰਨੀ ਹੋਣੀ ਚਾਹੀਦੀ ਆ, ਇਹ ਸਾਰੀਆਂ ਚੀਜ਼ਾਂ। ਇਸ ਤੋਂ ਬਿਨਾਂ ਉੱਲੀ ਦੀ ਜ਼ਹਿਰ ਵਗੈਰਾ ਕਿੰਨੀ ਕੁ ਘੱਟ ਤੋਂ ਘੱਟ ਮਾਤਰਾ 'ਚ ਜਿਹੜੀ ਹੋਣੀ ਚਾਹੀਦੀ ਆ, ਮਿਨੀਮਮ ਸਟੈਂਡਰਡ ਨੇ, ਉਹ ਸਾਰਾ ਅਸੀਂ ਕਰਦੇ ਹਾਂ ਤੇ ਉਹ ਤੁਸੀਂ ਕਰਵਾ ਸਕਦੇ ਹੋ। ਇਸ ਤੋਂ ਬਿਨਾਂ ਮੈਂ ਥੋੜ੍ਹਾ ਜਿਹਾ ਇਸ 'ਤੇ ਹੋਰ ਚਾਨਣਾ ਪਾਉਣਾ ਚਾਹਾਂਗੇ। ਜਦੋਂ ਅਸੀਂ ਕਾਫ ਸਟਾਰਟਰ ਪਾਉਣਾ ਸ਼ੁਰੂ ਕਰਤਾ, 1 ਮਹੀਨੇ ਤੱਕ ਸਿਰਫ ਕਾਫ ਸਟਾਰਟਰ ਤੇ ਦੁੱਧ ਤੇ ਰੱਖਣਾ ਪਸ਼ੂ, ਜਿਹੜਾ ਕਟਰੂ ਜਾਂ ਬਛਰੂ ਆ। ਜਿਹੜਾ ਦੂਸਰੇ ਮਹੀਨੇ ਆ ਉਹ ਤੁਸੀਂ ਦੁੱਧ ਉਸ ਤਰ੍ਹਾਂ ਹੀ ਕੰਟੀਨਿਊ ਰੱਖਣਾ। ਤੁਸੀਂ 5 ਕਿਲੋ ਤੋਂ ਥੋੜ੍ਹਾ ਘਟਾ ਸਕਦੇ ਹੋ, 4 ਕਿਲੋ ਕਰ ਸਕਦੇ ਹੋ, ਲੇਕਿਨ ਕਾਫ ਸਟਾਰਟਰ ਦੇ ਵਿੱਚ ਥੋੜ੍ਹਾ ਬਹੁਤਾ ਹੈ ਚੰਗੀ ਕੁਆਲਿਟੀ ਦਾ, ਜਿਸ ਤਰ੍ਹਾਂ ਲੂਸਣ, ਸੁੱਕਾ ਲੂਸਣ ਆ ਜਾਂ ਸੁੱਕਾ ਬਰਸੀਮ ਆ, ਜਿਹਨੂੰ ਫਲੀਦਾਰ ਚਾਰੇ ਦਾ ਹੈ ਕਹਿੰਦੇ ਆ, ਸੁਕਾਇਆ ਹੋਇਆ, ਉਹ ਥੋੜ੍ਹਾ ਬਹੁਤਾ ਐਡ ਕਰ ਸਕਦੇ ਹੋ, ਉਹਦੇ ਵਿੱਚ ਸ਼ਾਮਲ ਕਰ ਸਕਦੇ ਹੋ। ਜੇ ਉਹ ਨਹੀਂ ਹੈਗਾ ਤਾਂ ਘੱਟੋ ਘੱਟ 45 ਦਿਨ ਤੱਕ ਕੁਝ ਵੀ ਐਡ ਨਾ ਕਰੋ, ਸਿਰਫ ਕਾਫ ਸਟਾਰਟਰ ਤੇ ਦੁੱਧ। 45 ਦਿਨਾਂ ਬਾਅਦ, 1.5 ਮਹੀਨੇ ਬਾਅਦ ਬਹੁਤ ਹਲਕਾ ਜਿਹਾ ਕਿਤੇ ਚਾਰੇ ਦਾ ਥੋੜ੍ਹਾ 2 ਮੁੱਠੀਆਂ ਉਹ ਕਾਫ ਸਟਾਰਟਰ ਦੇ ਵਿੱਚ ਐਡ ਕਰ ਸਕਦੇ ਹੋ। ਪੂਰੀ ਤਰ੍ਹਾਂ ਚਾਰਾ ਵਾ ਜਿਹੜਾ ਉਹ 2 ਤੋਂ 2.5 ਮਹੀਨੇ ਦੇ ਵਿੱਚ ਸ਼ੁਰੂ ਕਰਨਾ। ਉਹ ਚਾਰਾ ਵੀ ਚੰਗੀ ਕੁਆਲਿਟੀ ਦਾ ਹੋਵੇ, ਫਲੀਦਾਰ ਹੋਵੇ ਤਾਂ ਸਭ ਤੋਂ ਵਧੀਆ, ਨਹੀਂ ਤਾਂ ਮੱਕੀ ਦਾ ਹੋਵੇ ਜਾਂ ਵਧੀਆ ਕੁਆਲਿਟੀ ਦੀ ਚਰੀ ਜਾਂ ਜਮੀ ਹੋਵੇ। ਕਦੇ ਵੀ ਸਾਈਲੇਜ ਆ ਜਿਹੜਾ ਅਚਾਰ ਆ ਉਹ 4 ਮਹੀਨੇ ਤੋਂ ਪਹਿਲਾਂ ਪਸ਼ੂਆਂ ਨੂੰ ਨਹੀਂ ਸ਼ੁਰੂ ਕਰਨਾ। ਤੇ ਯੂਰੀਆ ਯੁਕਤ ਖੁਰਾਕ ਵੀ 4-5 ਮਹੀਨੇ ਤੋਂ ਪਹਿਲਾਂ ਬਿਲਕੁਲ ਨਹੀਂ ਸ਼ੁਰੂ ਕਰਨੀ। ਕਾਫ ਸਟਾਰਟਰ ਨੂੰ ਤੁਸੀਂ 4 ਮਹੀਨੇ ਤੱਕ ਫੀਡ ਕਰਨਾ। ਉਹਦੇ ਨਾਲ ਜਿਹੜਾ ਵਾਧਾ ਵਾ ਉਹ ਬਹੁਤ ਵਧੀਆ ਆਏਗਾ। 600 ਗ੍ਰਾਮ 500-600 ਗ੍ਰਾਮ ਦੇ ਵਿੱਚ 4 ਮਹੀਨੇ ਤੱਕ ਐਵਰੇਜ ਵਾਧਾ ਆ ਜਾਏਗਾ। ਉਸ ਤੋਂ ਬਾਅਦ ਜਿਹੜਾ ਵਾਧਾ ਹੈ 700-800 ਗ੍ਰਾਮ 900 ਗ੍ਰਾਮ ਤੱਕ ਵੀ ਚਲੇ ਜਾਂਦਾ। ਜਦੋਂ ਬੱਚੀ ਪੂਰੀ ਆਪਣੀ ਸਪੀਡ ਨਾਲ ਵੱਧ ਰਹੀ ਹੁੰਦੀ 8 ਮਹੀਨੇ ਤੱਕ, ਉਦੋਂ ਇਹ 8ਵੇਂ ਮਹੀਨੇ ਦੀ ਉਮਰ 'ਚ ਉਦੋਂ ਇਹ ਵਾਧਾ ਤਕਰੀਬਨ 1 ਕਿਲੋ ਪ੍ਰਤੀ ਦਿਨ ਤੱਕ ਵੀ ਚਲੇ ਜਾਂਦਾ। ਜਿਹੜੀ ਵੱਛੀ ਆ ਉਹ ਜੇ ਆਪਾਂ ਚੰਗੀ ਤਰ੍ਹਾਂ ਸ਼ੁਰੂ ਤੋਂ ਉਹਨੂੰ ਧਿਆਨ ਨਾਲ ਪਾਲਿਆ, ਕਾਫ ਸਟਾਰਟਰ ਨਾਲ, ਦੁੱਧ ਨਾਲ, ਜਿਸ ਤਰ੍ਹਾਂ ਸ਼ਡਿਊਲ ਆ ਉਸ ਤਰ੍ਹਾਂ ਪਾਲਿਆ, ਤੇ 4 ਮਹੀਨੇ ਤੋਂ ਬਾਅਦ ਕਾਫ ਗਰੋਅਰ ਆਪਾਂ ਥੋੜ੍ਹੀ ਸਸਤੀ ਫੀਡ ਤਿਆਰ ਹੋ ਜਾਂਦੀ ਆ ਉਹ ਸ਼ੁਰੂ ਕਰ ਦਿੰਦੇ ਆ, ਤਾਂ 12 ਮਹੀਨੇ ਤੇ ਬੱਚੀ ਹੀਟ 'ਚ ਆਉਣ ਲੱਗ ਜਾਂਦੀ ਆ, 14 ਕੁ ਮਹੀਨੇ ਦੀ ਬੱਚੀ ਗੱਭਣ ਹੋ ਜਾਂਦੀ ਆ। ਤੇ ਮੱਝਾਂ ਨੇ ਜਿਹੜੀਆਂ ਉਹ 3 ਸਾਲ ਦੀ ਸੂ ਸਕਦੀ ਆ, ਮਤਲਬ 2 ਸਾਲ ਤੋਂ ਬਾਅਦ ਹੀਟ 'ਚ ਆਉਣੀ ਸ਼ੁਰੂ ਹੋ ਜਾਂਦੀ ਆ, ਜੇ ਚੰਗੀ ਤਰ੍ਹਾਂ ਅਸੀਂ ਖੁਰਾਕ ਪੂਰੀ ਸ਼ਡਿਊਲ ਨਾਲ ਪਾਲਿਆ। ਜੀ ਡਾਕਟਰ ਸਾਹਿਬ, ਤੁਸੀਂ ਗੱਲ ਮਿਹਦੇ ਦੀ ਕੀਤੀ ਤੇ ਮਿਹਦਾ ਕਿਵੇਂ ਅਸੀਂ ਠੀਕ ਰੱਖਣਾ ਉਹਦੇ ਸੰਬੰਧੀ ਵੀ, ਉਹਨੂੰ ਨਾਲ ਗੱਲ ਆਉਂਦੀ ਵੀ ਬਹੁਤ ਵਾਰੀ ਜਿਹੜੀ ਆ ਉਹ ਸਮੱਸਿਆ ਇਹ ਵੀ ਆ ਜਾਂਦੀ ਕਿ ਮਲੱਪ ਵਗੈਰਾ ਜਿਹੜੇ ਆ ਉਹ ਪਸ਼ੂਆਂ ਨੂੰ ਹੋ ਜਾਂਦੇ ਆ, ਤੇ ਕੀ ਸਾਨੂੰ ਇਹ ਛੋਟੇ ਕੱਟੇ ਵੱਛੀਆਂ ਜਿਹੜੀਆਂ ਵਾ ਇਹਨਾਂ ਦੇ ਵਾਸਤੇ ਵੀ ਕੋਈ ਮਲੱਪ ਰਹਿਤ ਕਰਨ ਦਾ ਕੋਈ ਇੰਤਜ਼ਾਮ ਕਰਨਾ ਬਣਦਾ ਜੀ? ਕਿਉਂਕਿ ਵੇਖੋ ਜੇ ਮਲੱਪ ਹੋਏ ਤਾਂ ਖੁਰਾਕ ਉਹਨਾਂ ਨੂੰ ਲੱਗਣੀ ਨਹੀਂ ਜਾਂ ਉਸ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਫਾਇਦਾ ਨਹੀਂ ਹੋਣਾ, ਉਸ ਪੱਖੋਂ ਸਾਨੂੰ ਕੀ ਇhtiyat ਰੱਖਣੇ ਚਾਹੀਦੇ? ਇਸ ਤਰ੍ਹਾਂ ਜੀ, ਜਿਹੜੇ ਅੰਦਰਲੇ ਕੀੜੇ ਨੇ ਤੇ ਬਾਹਰਲੇ ਕੀੜੇ, ਚਿੱਚੜ ਵਗੈਰਾ ਦੋਨੋਂ ਨੁਕਸਾਨ ਕਰਦੇ ਆ ਜੀ। ਅੰਦਰਲੇ ਕੀੜਿਆਂ ਜਿਹੜਾ ਸ਼ਡਿਊਲ ਆ ਉਹ ਪਹਿਲਿਆ ਜਿਹੜਾ ਡੀਵਰਮਿੰਗ ਜਿਹਨੂੰ ਆਪਾਂ ਕਹਿੰਦੇ ਆ ਮਲੱਪ ਰਹਿਤ ਕਰਨਾ, ਉਹ 15 ਤੋਂ 21 ਦਿਨ ਦੀ ਉਮਰ ਦੇ ਵਿੱਚ ਉਸ ਹਫ਼ਤੇ ਕਰਨਾ, ਤੇ ਉਸ ਤੋਂ ਬਾਅਦ ਫਿਰ ਅਗਲੇ 21 ਦਿਨਾਂ ਬਾਅਦ ਕਰਨਾ, ਤੇ ਉਸ ਤੋਂ ਬਾਅਦ ਹਰੇਕ 6 ਮਹੀਨੇ ਬਾਅਦ ਜਾਂ ਜੇ ਲੋੜ ਮਹਿਸੂਸ ਹੋਵੇ ਤਾਂ ਕਰ ਸਕਦੇ ਹਾਂ। ਮਤਲਬ ਪਹਿਲੇ 2 ਨੇ ਜਿਹੜੇ, ਪਹਿਲੇ 21 ਦਿਨ ਤੇ ਦੂਜਾ 40-42 ਦਿਨ ਦੀ ਉਮਰ ਤੇ ਉਹ ਜਿਹੜਾ ਮਲੱਪ ਰਹਿਤ ਕਰਨਾ ਉਹ ਬਹੁਤ ਜ਼ਰੂਰੀ ਆ।
ਇਸ ਤੋਂ ਬਿਨਾਂ ਚਿੱਚੜਾਂ ਦੀ ਜਿਹੜੀ ਸਾਵਧਾਨੀ ਆ ਉਹ ਵੀ ਜਿਹੜੀ ਰਿਕਮੈਂਡਡ ਯੂਨੀਵਰਸਿਟੀਆਂ ਪ੍ਰੈਕਟਿਸਿਸ ਨੇ ਉਹਦੇ ਮੁਤਾਬਕ ਚਿੱਚੜਾਂ ਦੀ ਸਾਵਧਾਨੀ ਕੋਸ਼ਿਸ਼ ਕਰੋ ਕਿ ਚਿੱਚੜ ਲੱਗਣ ਹੀ ਨਾ। ਤੁਹਾਡੇ ਪਸ਼ੂ ਢਾਰੇ ਨੇ ਜਿਹੜੇ ਸ਼ੈੱਡ ਨੇ ਉਹ ਇਸ ਤਰ੍ਹਾਂ ਦੇ ਹੋਣ ਕਿ ਉਹਨਾਂ ਦੇ ਵਿੱਚ ਚਿੱਚੜਾਂ ਦੇ ਲੁਕਣ ਨੂੰ ਜਗ੍ਹਾ ਨਾ ਹੋਵੇ, ਦਰਜਾ ਨਾ ਹੋਣ ਇੱਟਾਂ ਦੀਆਂ, ਉਹ ਬਿਲਕੁਲ ਬੰਦ ਹੋਣ ਤਾਂ ਕਿ ਚਿੱਚੜ ਆ ਜਿਹੜਾ ਉਹ ਪਸ਼ੂ ਨਾ ਲੱਗ ਸਕੇ। ਕਿਉਂਕਿ ਸਿਰਫ ਦਵਾਈਆਂ ਸਪਰੇਅ ਕਰਨਾ ਚਿੱਚੜ ਨਹੀਂ ਰੋਕਦੇ, ਉਹਦੇ ਜਿਹੜੇ ਉਹਦੀ ਲੁਕਣ ਦੀ ਥਾਂ ਬਰੀਡਿੰਗ ਗਰਾਊਂਡ ਜਿਹਨੂੰ ਕਹਿੰਦੇ ਆ ਉਹ ਬੰਦ ਕਰੋਗੇ ਤਾਂ ਚਿੱਚੜ ਰੁਕਣਗੇ। ਇਹ ਦੋਨੋਂ ਤਰ੍ਹਾਂ ਦੇ ਕੀੜਿਆਂ ਤੋਂ, ਅੰਦਰਲਿਆਂ ਤੋਂ ਬਾਹਰਲਿਆਂ ਤੋਂ ਵੀ ਇਹ ਬਚਾਉਣਾ ਬਹੁਤ ਜ਼ਰੂਰੀ ਹੈ। ਡਾਕਟਰ ਗਰੇਵਾਲ ਜੀ, ਜਿਵੇਂ ਤੁਸੀਂ ਦੱਸਿਆ ਵੀ ਸਾਈਲੇਜ ਆਪਾਂ 4 ਮਹੀਨੇ ਨਹੀਂ ਪਾਉਣਾ, ਹੋਰ ਕਿਹੜੇ ਇਹੋ ਜਿਹੇ ਨੁਕਤੇ ਆ ਜਿਹੜੇ ਇੱਕ ਤਾਂ ਆਪਾਂ ਗੱਲ ਕਰ ਰਹੇ ਆ ਵੀ ਇਹ ਕਰਨੇ ਚਾਹੀਦੇ ਆ, ਵੀ ਜਿਹੜੇ ਨਹੀਂ ਕਰਨੇ ਚਾਹੀਦੇ ਵੀ ਉਹਨਾਂ ਦੇ ਉੱਤੇ ਸਾਡਾ ਕਿਸਾਨ ਵੀਰ ਕਈ ਵਾਰੀ ਉਹਨੂੰ ਗਿਆਨ ਨਹੀਂ ਹੁੰਦਾ ਇਸ ਚੀਜ਼ ਦਾ ਵੀ ਇਹਨਾਂ ਚੀਜ਼ਾਂ ਦਾ ਅਸੀਂ ਪ੍ਰਯੋਗ ਨਾ ਕਰੀਏ ਤੇ ਇਸ ਉਮਰ ਤੱਕ ਨਹੀਂ ਕਰਨਾ ਚਾਹੀਦਾ? ਹਾਂਜੀ ਬਿਲਕੁਲ। ਇੱਕ ਥੋੜ੍ਹਾ ਜਿਹਾ ਮੈਂ ਇੱਥੇ ਹੋਰ ਦੱਸਣਾ ਚਾਹਾਂਗਾ ਕਿ ਜਿਹੜੇ ਕਿਸਾਨ ਵੀਰ ਕਟਰੂਆਂ ਨੂੰ ਜਨਮ ਤੋਂ ਹੀ ਆਪਣੇ ਮਾਵਾਂ ਤੋਂ ਵੱਖ ਕਰਕੇ ਰੱਖਦੇ ਆ, ਦੁੱਧ ਅਲੱਗ ਪਿਲਾਉਂਦੇ ਆ, ਵੱਡੇ ਡੇਅਰੀ ਫਾਰਮਰ ਨੇ, ਉਹਨਾਂ ਨੂੰ ਇਹ ਕਰਨਾ ਚਾਹੀਦਾ ਕਿ ਪਹਿਲੇ 2 ਮਹੀਨੇ ਤੱਕ ਉਹ ਕਟਰੂ ਨੂੰ ਅਲੱਗ ਤੋਂ ਇੱਕ ਖਾਨੇ ਦੇ ਵਿੱਚ ਤੇ ਉਹਦੇ ਵਿੱਚ ਜਿਸ ਤਰ੍ਹਾਂ ਦੱਸਿਆ ਕਿ ਦੁੱਧ, ਕਾਫ ਸਟਾਰਟਰ ਤੇ ਨਾਲ ਫਲੀਦਾਰ ਚਾਰਾ 1.5 ਮਹੀਨੇ ਬਾਅਦ ਉਹ ਦੇਣਾ ਚਾਹੀਦਾ। 2 ਮਹੀਨੇ ਬਾਅਦ ਤੁਸੀਂ ਉਹਨੂੰ ਖੁੱਲ੍ਹੇ ਪੈਨ ਦੇ ਵਿੱਚ ਇਕੱਠਾ ਕਰ ਸਕਦੇ ਹੋ। ਛੋਟੇ ਬੱਚਿਆਂ ਨੂੰ ਜੇ ਪਹਿਲੇ ਮਹੀਨੇ ਤੁਸੀਂ ਇਕੱਠਾ ਕਰਨ ਲੱਗ ਗਏ, ਇਹਦੇ ਨਾਲ ਉਹਦੇ ਡਾਇਰੀਆ ਵਗੈਰਾ ਹੋਰ ਬਿਮਾਰੀਆਂ ਦਾ ਜਿਹੜਾ ਉਹ ਵੱਧ ਜਾਂਦਾ, ਤੇ ਇਸ ਕਰਕੇ ਘੱਟੋ ਘੱਟ ਜੇ 2 ਨਹੀਂ ਤਾਂ 1.5 ਮਹੀਨਾ ਉਹਨੂੰ ਅਲੱਗ ਪੈਨ ਦੇ ਵਿੱਚ ਕਾਫ ਹੱਚੇ ਰੱਖੋ। ਜਿਹੜੇ ਕਿਸਾਨ ਵੀਰ ਆਪਣੇ ਛੋਟੇ ਫਾਰਮਰ ਨੇ ਆਪਣੇ ਕਟਰੂ ਜਾਂ ਬਛੜੂ ਨੂੰ ਬੰਨ੍ਹ ਕੇ ਜਾਂ ਡੰਗਰਾਂ ਨੂੰ ਬੰਨ੍ਹ ਕੇ ਰੱਖਦੇ ਆ, ਉਹ ਕੋਸ਼ਿਸ਼ ਕਰਨ ਕਿ 2 ਮਹੀਨੇ ਜਿਹੜੇ ਪਹਿਲੇ ਆ ਉਹਨੂੰ ਵੱਡੇ ਡੰਗਰਾਂ ਥੋੜ੍ਹਾ ਜਿਹਾ ਅਲੱਗ ਸਾਫ਼ ਸੁਥਰੀ ਜਗ੍ਹਾ 'ਤੇ ਇੱਕੋ ਜਗ੍ਹਾ 'ਤੇ ਦੂਏ ਨਾ ਕੰਟੈਕਟ ਘੱਟ ਹੋਵੇ, ਆਪਣੀ ਮਾਂ ਦਾ ਦੁੱਧ ਚੁੰਘੇ ਤੇ ਉਹ ਸਾਫ਼ ਜਗ੍ਹਾ 'ਤੇ ਬੈਠੇ, ਤਾਂ ਕਿ ਪਹਿਲੇ ਜਿਹੜੇ 2 ਮਹੀਨੇ 'ਚ ਉਹਨੂੰ ਡਾਇਰੀਆ ਜਿਹਨੂੰ ਕਹਿੰਦੇ ਆ ਮੋਕ ਵਗੈਰਾ ਨਾ ਲੱਗੇ, ਬਚ ਸਕੇ। ਕਿਉਂਕਿ ਇਹ ਦੇਖਿਆ ਗਿਆ ਕਿ ਇੱਕ ਵਾਰ ਜੇ ਮੋਕ ਲੱਗ ਜਾਂਦੀ ਆ ਤਾਂ ਇਹਦੇ ਨਾਲ ਉਹਦਾ ਜਿਹੜਾ ਵਾਧੇ 'ਤੇ ਅਸਰ ਹੁੰਦਾ ਤੇ ਉਹਦੀ ਜਿਹੜੀ ਸੂਣ ਦੀ ਉਮਰ ਵੀ ਪਿੱਛੇ ਚਲੇ ਜਾਂਦੀ ਆ ਤੇ ਉਹਦੇ ਸਰੀਰ 'ਤੇ ਮਾੜਾ ਅਸਰ ਪੈਂਦਾ। ਇਸ ਕਰਕੇ ਪਹਿਲੇ 2 ਮਹੀਨੇ ਉਹ ਚੀਜ਼ ਨੂੰ ਬਚਾਉਣਾ ਬਹੁਤ ਜ਼ਰੂਰੀ ਆ। ਤੇ ਉਸ ਤੋਂ ਬਾਅਦ ਜਿਹੜੀ ਪਹਿਲੇ 4 ਮਹੀਨੇ ਜਿਸ ਤਰ੍ਹਾਂ ਦੱਸਿਆ ਕਿ ਜਿਹੜਾ ਸਿਰਫ ਵੰਡ ਆ ਉਹ ਸਿਰਫ ਕਾਫ ਸਟਾਰਟਰ ਦੇ ਰੂਪ 'ਚ ਖਿਲਾਉਣਾ, ਜਾਣੀ ਕਿ ਵਧੀਆ ਕੁਆਲਿਟੀ ਦਾ ਖਿਲਾਉਣਾ। ਸਾਈਲੇਜ ਬਿਲਕੁਲ ਨਹੀਂ ਖਿਲਾਉਣਾ 4 ਮਹੀਨੇ ਤੱਕ। 4 ਮਹੀਨੇ ਤੋਂ ਬਾਅਦ ਇੱਕ ਕਾਫ ਗਰੋਅਰ ਕਹਿੰਦੇ ਆ, ਉਹਦੇ ਵਿੱਚ ਕੀ ਹੁੰਦਾ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਸੋਇਆਬੀਨ ਮੀਲ ਅਸੀਂ ਕਾਫ ਸਟਾਰਟਰ 'ਚ ਬਹੁਤ ਜ਼ਿਆਦਾ ਪਾਉਂਦੇ ਹਾਂ, ਉਹਦੇ ਵਿੱਚ ਅਸੀਂ ਉਹ ਘਟਾ ਦਿੰਦੇ ਹਾਂ ਤੇ ਨਾਲ ਮਸਟਰਡ ਕੇਕ ਵਗੈਰਾ ਸ਼ੁਰੂ ਕਰ ਦਿੰਦੇ ਹਾਂ, ਨਾਲ ਥੋੜ੍ਹਾ ਬਹੁਤਾ ਯੂਰੀਆ ਵੀ ਐਡ ਕਰ ਸਕਦੇ ਹਾਂ ਵਾਧੇ ਲਈ। ਤੇ 4 ਮਹੀਨੇ ਤੋਂ ਘੱਟ ਉਮਰ ਦੇ ਪਸ਼ੂ ਨੂੰ ਯੂਰੀਆ ਬਿਲਕੁਲ ਨਹੀਂ ਖਿਲਾਉਣਾ, ਕਿਉਂਕਿ ਉਹਦੇ ਜਿਹੜਾ ਮੈਦਾ ਹੁੰਦਾ ਉਸ ਨੂੰ ਪਚਾ ਨਹੀਂ ਸਕਦਾ। ਉਸ ਤੋਂ ਬਾਅਦ ਕਾਫ ਗਰੋਅਰ ਜਿਹੜੀ ਹੈਗੀ 4 ਮਹੀਨੇ ਤੋਂ ਬਾਅਦ ਉਹ ਫੀਡ ਦੇ ਨਾਲ ਸਾਈਲੇਜ ਨਾਲ ਤੂੜੀ ਵਗੈਰਾ ਉਹ ਨਾਰਮਲ ਫੀਡ ਅਸੀਂ ਪਾ ਸਕਦੇ ਹਾਂ। ਉਹਦੇ ਨਾਲ ਵਾਧਾ ਜਿਹੜਾ ਜੇ ਬੁਨਿਆਦ ਅਸੀਂ 4 ਮਹੀਨੇ ਤੱਕ ਮਜ਼ਬੂਤ ਕਰ ਲਈ, ਉਹਦੀ ਇਮਾਰਤ ਆ ਜਿਹੜੀ ਉਹ ਵਧੀਆ ਬਣੇਗੀ ਜੀ। ਡਾਕਟਰ ਗਰੇਵਾਲ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਸਾਡੀ ਖੁਰਾਕ ਲੱਗਣ ਦਾ ਪੈਮਾਨਾ ਕੀ ਆ ਵੀ ਉਹਦਾ ਭਾਰ ਜਿਹੜਾ ਵਾ ਰੋਜ਼ ਇੰਨਾ ਕੁ ਵਧਣਾ ਚਾਹੀਦਾ, ਕਿਹੜੇ ਕਿਹੜੇ ਇਹੋ ਜਿਹੇ ਢੰਗ ਤਰੀਕੇ ਆ ਕਿ ਅਸੀਂ ਪਛਾਣ ਕਰ ਸਕੀਏ ਕਿ ਪਸ਼ੂ ਦਾ ਭਾਰ ਜੇ ਇੰਨਾ ਨਹੀਂ ਵਧਿਆ ਤੇ ਆਪਾਂ ਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਆ? ਕੋਈ ਬਿਮਾਰੀ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੈਗੀ ਜਾਂ ਕੋਈ ਹੋਰ ਉਹਨੂੰ ਦਿੱਕਤ ਨਹੀਂ, ਉਹ ਆਪਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ? ਦੇਖੋ ਜੀ, ਜੇ ਕੋਈ ਪਸ਼ੂ ਨੂੰ ਕਟਰੂ ਬਛੜੂ ਨੂੰ ਬਿਮਾਰੀ ਨਹੀਂ ਹੈਗੀ ਤੇ ਭਾਰ ਵੀ ਨਹੀਂ ਵੱਧ ਰਿਹਾ, ਇਹਦਾ ਮਤਲਬ ਤੁਹਾਡੀ ਖੁਰਾਕ ਦੇ ਵਿੱਚ ਕਮੀ ਆ ਜੀ। ਤੇ ਉਦੋਂ ਫਿਰ ਸਿਰਫ ਖੁਰਾਕ ਨੂੰ ਦੇਖਣਾ ਵਾ। ਹਾਂ, ਜੇ ਬਿਮਾਰੀ ਆ ਉਹ ਦਿਖੇ ਜਾਣੀ ਆ, ਜੇ ਮੋਕ ਲੱਗੀ ਹੋਈ ਹੈ ਜਾਂ ਨਮੂਨੀਆ ਜਾਂ ਕੋਈ ਹੋਰ ਚਿੱਚੜ ਲੱਗਿਆ, ਉਹ ਬਿਮਾਰੀ ਤੋਂ ਤੁਸੀਂ ਇੰਤਜ਼ਾਮ ਕਰਨਾ। ਲੇਕਿਨ ਜੇ ਉਹ ਚੀਜ਼ਾਂ ਸਾਰੀਆਂ ਸਹੀ ਨੇ, ਉਸ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਕਮੀ ਆ ਉਹ ਖੁਰਾਕ ਦੇ ਵਿੱਚ ਹੀ ਰਹਿ ਜਾਂਦੀ ਆ। ਤੇ ਖੁਰਾਕ ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਕਿ ਸ਼ੁਰੂ ਤੋਂ ਪਹਿਲੇ ਦਿਨ ਤੋਂ ਲੈ ਕੇ 4 ਮਹੀਨੇ ਤੱਕ ਕੀ ਕਰਨਾ, ਕਿਸ ਤਰ੍ਹਾਂ ਖਿਲਾਉਣਾ, ਉਸ ਤੋਂ ਬਾਅਦ ਕਿਸ ਤਰ੍ਹਾਂ ਖਿਲਾਉਣਾ, ਜੇ ਇਹ ਚੀਜ਼ਾਂ ਧਿਆਨ ਰੱਖਾਂਗੇ ਤਾਂ ਐਵਰੇਜ ਜਿਹੜਾ ਡੇਲੀ ਗੇਨ ਜਿਹਨੂੰ ਕਹਿੰਦੇ ਆ ਵੀ ਇੱਕ ਦਿਨ ਦੇ ਵਿੱਚ ਕਿੰਨੇ ਗ੍ਰਾਮ ਵਾਧਾ ਸਰੀਰਕ ਹੋਇਆ, ਉਹ ਬੱਚੀ ਦਾ ਜਿਹੜਾ HF ਦੀ ਬਲੈਤੀ ਬੱਚੀ ਦਾ ਉਹ ਜਨਮ ਤੋਂ ਲੈ ਕੇ ਉਹਦੀ ਗੱਭਣ ਹੋਣ ਤੱਕ 15 ਮਹੀਨੇ ਤੱਕ ਤਕਰੀਬਨ 800 ਤੋਂ 900 ਗ੍ਰਾਮ 900 ਗ੍ਰਾਮ ਦੇ ਲਗਭਗ ਇੱਕ ਦਿਨ ਦਾ ਆ ਜਾਂਦਾ। ਤੇ ਮੱਝਾਂ ਦੇ ਵਿੱਚ ਉਹ 750 ਗ੍ਰਾਮ ਤੱਕ ਵੀ ਆ ਜਾਂਦਾ। ਜੇਕਰ ਇਹ ਵਾਧਾ ਹਰੇਕ ਡੇਅਰੀ ਬਰੀਡ ਦੇ ਵਿੱਚ ਇਹ ਵਾਧਾ ਇੱਕ ਆਈਡੀਅਲ ਹੁੰਦਾ ਵਾ, ਮਤਲਬ HF ਦੇ ਵਿੱਚ ਜਿਸ ਤਰ੍ਹਾਂ 900 950 ਕਿਲੋ ਤੱਕ ਇਹ ਵਾਧਾ ਆਈਡੀਅਲ ਆ। ਜੇ ਇਸ ਤੋਂ ਘੱਟ ਹੋਇਆ ਤਾਂ ਵੀ ਖਰਾਬ ਆ, ਜੇ ਇਸ ਤੋਂ ਜ਼ਿਆਦਾ ਹੋਇਆ ਤਾਂ ਵੀ ਠੀਕ ਨਹੀਂ। ਉਹ ਕਿਉਂ ਠੀਕ ਨਹੀਂ, ਇੱਥੇ ਇਹ ਦੱਸਣਾ ਚਾਹਾਂਗਾ ਕਿ ਲੋੜ ਤੋਂ ਵੱਧ ਉਹਨੂੰ ਖਿਲਾਈ ਜਾਣਾ ਜਾਂ ਊਰਜਾ ਦੇਈ ਜਾਣੀ ਜਾਂ ਉਹਨੂੰ ਬਹੁਤ ਜ਼ਿਆਦਾ ਵੰਡ ਦੇਈ ਜਾਣਾ, 4 ਮਹੀਨੇ ਤੋਂ ਬਾਅਦ ਵੀ ਖੁੱਲ੍ਹਾ ਖੁਰਾਕ ਦੇਈ ਜਾਣੀ ਵੀ ਬਹੁਤ ਛੇਤੀ ਇਹ ਵਧੇ, ਉਹਦੇ ਨਾਲ ਵੀ ਉਲਟਾ ਕਈ ਵਾਰ ਮਾੜਾ ਅਸਰ ਪੈ ਸਕਦਾ।
ਉਹਦੇ ਨਾਲ ਕੀ ਹੁੰਦਾ ਕਿ ਬਾਡੀ ਦੇ ਵਿੱਚ ਜਿਹੜੀ ਲੇਵੇ ਦੇ ਵਿੱਚ ਸੈੱਲ ਬਣਨੇ ਹੁੰਦੇ ਆ ਦੁੱਧ ਦੇਣ ਵਾਲੇ, ਉਹਦੇ ਵਿੱਚ ਫੈਟ ਜਮ੍ਹਾਂ ਹੋਣ ਲੱਗ ਜਾਂਦੀ ਆ ਅਤੇ ਉਹਦੇ ਨਾਲ ਜਿਹੜਾ ਉਹਦਾ ਬਾਅਦ ਵਿੱਚ ਦੁੱਧ ਦੇਣ ਦੀ ਕਪੈਸਿਟੀ ਉਹ ਘਟ ਜਾਂਦੀ ਆ। ਅਤੇ ਇਸ ਕਰਕੇ ਉਹ ਇੱਕ ਆਈਡੀਅਲ ਵਾਧਾ ਹੁੰਦਾ। ਜਿਸ ਤਰ੍ਹਾਂ ਮੈਂ ਦੱਸਿਆ ਕਿ HF ਦੇ ਵਿੱਚ 900 ਗ੍ਰਾਮ 950 ਗ੍ਰਾਮ ਅਤੇ ਮੱਝਾਂ ਦੇ ਵਿੱਚ 700-800 ਗ੍ਰਾਮ ਦੇ ਵਿੱਚ ਆਈਡੀਅਲ ਵਾਧਾ ਜਿਹੜਾ ਉਹ ਉਸ ਮੁਤਾਬਕ ਪਰ ਡੇ ਐਵਰੇਜ ਆ। ਇਹ ਸ਼ੁਰੂ 'ਚ ਘੱਟ ਹੁੰਦਾ, ਫਿਰ ਵੱਧ ਜਾਂਦਾ, ਫਿਰ ਥੋੜ੍ਹਾ ਘੱਟ ਜਾਂਦਾ। ਮੈਂ ਐਵਰੇਜ ਦੀ ਗੱਲ ਕਰ ਰਿਹਾ ਗੱਭਣ ਹੋਣ ਤੱਕ, ਅਤੇ ਉਹ ਉਨੀ ਹੀ ਐਵਰੇਜ ਆਉਣੀ ਚਾਹੀਦੀ ਆ। ਬਹੁਤ ਜ਼ਿਆਦਾ ਲੋੜ ਤੋਂ ਵੱਧ ਕਈ ਵਾਰ ਕਿਸਾਨ ਵੀਰ ਵੀ ਅਸੀਂ ਇਹ ਕੰਪੀਟੀਸ਼ਨ ਲਈ ਤਿਆਰ ਕਰਨੀ ਆ ਕੱਟੀ ਜਾਂ ਵੱਛੀ, ਉਹਦੇ ਨਾਲ ਕੀ ਕਰਦੇ, ਉਹ ਬਹੁਤ ਲੋੜ ਤੋਂ ਵੱਧ ਉਹਨੂੰ ਖਿਲਾਉਂਦੇ ਆ ਅਤੇ ਉਹ ਬਹੁਤ ਹੈਲਦੀ ਦਿਖਣ ਲੱਗ ਜਾਂਦੀ ਆ ਥੋੜ੍ਹੇ ਜਿਹੇ ਮਹੀਨਿਆਂ ਦੇ ਵਿੱਚ ਹੀ। ਉਹਦੇ ਨਾਲ ਉਹ ਭਵਿੱਖ ਦੇ ਵਿੱਚ ਦੁੱਧ ਦੇਣ ਦੀ ਉਹਦੀ ਜਿਹੜੀ ਸਮਰੱਥਾ ਉਹ ਪੂਰੀ ਨਹੀਂ ਰਹਿੰਦੀ, ਥੋੜ੍ਹਾ ਘਟਦੀ ਆ। ਅਤੇ ਇਸ ਕਰਕੇ ਇਹ ਬਹੁਤ ਤਰ੍ਹਾਂ ਦੀਆਂ ਸਟੱਡੀਜ਼ ਹੋਈਆਂ ਨੇ। ਇਸ ਕਰਕੇ ਆਈਡੀਅਲ ਵਾਧਾ ਜਿਹੜਾ ਢੁੱਕਵਾਂ ਵਾਧਾ ਹਰੇਕ ਨਸਲ ਦਾ, ਉਹਦੇ 'ਤੇ ਸਾਨੂੰ ਧਿਆਨ ਦੇਣ ਦੀ ਲੋੜ ਆ। ਉਹਦੇ ਮੁਤਾਬਕ ਹੀ ਇੱਕ ਪ੍ਰੋਗਰਾਮ ਮੁਤਾਬਕ ਚੱਲਣਾ ਵਾ ਵੀ ਬਹੁਤ ਕਾਹਲੀ ਨਹੀਂ ਕਰਨੀ, ਬਹੁਤ ਅਣਗਹਿਲੀ ਨਹੀਂ ਕਰਨੀ। ਜਿਹੜਾ ਇੱਕ ਸਟੈਂਡਰਡ ਪ੍ਰੋਟੋਕੋਲ ਆ, ਜਿਹੜੀ ਇੱਕ ਬਣਿਆ ਹੋਇਆ ਸਿਸਟਮ ਆ, ਉਸ ਮੁਤਾਬਕ ਹੀ ਉਹਨਾਂ ਨੂੰ ਪਾਲਣਾ ਸੀ। ਜੀ ਡਾਕਟਰ ਗਰੇਵਾਲ ਜੀ, ਜਦੋਂ ਆਪਾਂ ਇਹ ਗੱਲਾਂ ਸੋਚਦੇ ਹਾਂ ਤਾਂ ਮਾਹਰਾਂ ਦਾ ਸਹਿਯੋਗ ਲੈਣਾ ਜਿਹੜਾ ਉਹ ਸਾਡੇ ਵਾਸਤੇ ਜ਼ਰੂਰੀ ਹੋ ਜਾਂਦਾ। ਤੁਸੀਂ ਗੱਲ ਕੀਤੀ ਸੀ ਵੀ ਜੇ ਕਾਫ ਸਟਾਰਟਰ ਬਣਾਉਣਾ ਹੋਏ ਜਾਂ ਕੋਈ ਇਹੋ ਜਿਹੀ ਚੀਜ਼ ਹੋਏ ਤਾਂ ਇੱਥੇ ਤੁਸੀਂ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋ। ਜੇ ਸਾਡਾ ਕਿਸਾਨ ਵੀਰ ਆਉਣਾ ਚਾਹੇ ਜਾਂ ਇੱਥੋਂ ਆ ਕੇ ਪੁੱਛਣਾ ਚਾਹੇ, ਉਹ ਕਿਵੇਂ ਸੰਪਰਕ ਕਰੇ ਜਾਂ ਸਿੱਧਾ ਪਹੁੰਚ ਜੇ, ਕਿਸ ਤਰੀਕੇ ਨਾਲ ਇੱਥੇ ਤੁਹਾਡੇ ਕੋਲ ਆ ਸਕਦਾ ਜੀ? ਮੈਂ ਇਹ ਵੈਸੇ ਇਮਾਨਦਾਰੀ ਨਾਲ ਇਹ ਸਲਾਹ ਦਊਂਗਾ, ਜੇ ਤਾਂ ਤੁਹਾਡੇ ਕੋਲ 2-4 ਕਟਰੂ ਨੇ, ਫਿਰ ਆਪ ਬਣਾਉਣ ਵੱਲ ਧਿਆਨ ਨਾ ਦਿਓ। ਤੁਸੀਂ ਮਾਰਕੀਟ ਦੇ ਵਿੱਚ ਬਣਿਆ ਬਣਾਇਆ ਜਿਹੜਾ ਕਾਫ ਸਟਾਰਟਰ ਆ ਉਹ ਲੈ ਕੇ ਪਾ ਲਓ ਜੀ, ਕਿਉਂਕਿ ਜੇ ਮਿਨੀਮਮ ਘੱਟੋ ਘੱਟ ਵੀ 1 ਕੁਆਂਟਲ ਬਣਾਇਆ, 1 ਕੁਆਂਟਲ ਵੈਸੇ ਬਣਾਉਣਾ ਵੀ ਔਖਾ, 5-6 ਕੁਆਂਟਲ ਤੋਂ ਘੱਟ ਫੀਡ ਮਿਲਣ ਵਾਲੇ ਵੀ ਨਹੀਂ ਬਣਾਉਂਦੇ, ਅਤੇ ਉਹ ਤੁਹਾਡਾ 5-6 ਕੁਆਂਟਲ ਬਣਾ ਲਿਆ, ਉਹ ਤੁਹਾਡਾ ਖਤਮ ਹੋਣ ਨੂੰ ਕਈ ਮਹੀਨੇ ਲੱਗ ਜਾਣੇ, ਉਹਦੇ ਨਾਲ ਵਿੱਚ ਉੱਲੀ ਪੈਦਾ ਹੋਣ ਲੱਗ ਜਾਣੀ ਹੈ, ਇਸ ਲਈ ਉਹ ਸਹੀ ਨਹੀਂ ਰਹਿੰਦਾ। ਜੇਕਰ ਤੁਹਾਡਾ ਫਾਰਮ ਸਾਈਜ਼ ਵੱਡਾ, ਤੁਹਾਡੇ ਕੋਲ ਇੱਕੋ ਟਾਈਮ 15-20 25-30 ਹੈਗੇ ਆ ਬੱਚੀਆਂ ਜਾਂ ਬੱਚੇ ਕੱਟੀਆਂ ਕੱਟੇ, ਉਹਦੇ ਨਾਲ ਉਦੋਂ ਤੁਸੀਂ ਆਪਣਾ ਕਾਫ ਸਟਾਰਟਰ ਜੇ ਤੁਸੀਂ ਆਪਣਾ ਬਣਾਉਣਾ ਤਾਂ ਤੁਸੀਂ ਥੋੜ੍ਹਾ ਬਹੁਤਾ ਉਹਦੀ ਸੇਵਿੰਗ ਹੋ ਸਕਦੀ ਆ, ਕੁਆਲਿਟੀ ਬੈਟਰ ਹੋ ਸਕਦੀ ਆ। ਉਹਦੇ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਉਹਦੇ ਵਿੱਚ ਸਾਡੇ ਯੂਨੀਵਰਸਿਟੀ ਦੇ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਪਸ਼ੂ ਆਹਾਰ ਵਿਭਾਗ ਆ, ਉੱਥੇ ਤੁਸੀਂ ਪਹੁੰਚ ਕੇ ਕਿਸੇ ਮਾਹਰ ਦੀ ਸਲਾਹ ਲੈ ਸਕਦੇ ਹੋ। ਲੇਕਿਨ ਜੇ ਬਹੁਤ ਛੋਟਾ ਫਾਰਮ ਆ, ਤੁਹਾਡੇ ਕੋਲ 2-4 ਹੀ ਕਟਰੂ ਬਛਰੂ ਨੇ, ਫਿਰ ਤੁਸੀਂ ਇੱਕ ਵਧੀਆ ਕੁਆਲਿਟੀ ਦਾ ਜਿਹੜੀ ਸਟੈਂਡਰਡ ਦੀ ਕੋਈ ਕੰਪਨੀ ਬਣਾਉਂਦੀ ਆ ਮਾਰਕੀਟ ਦੇ ਵਿੱਚ, ਉਹ ਲੈ ਕੇ ਤੁਸੀਂ ਉਹਦੇ ਮੁਤਾਬਕ ਕਰ ਸਕਦੇ ਹੋ ਜੀ। ਅਤੇ ਇਸ ਤੋਂ ਬਿਨਾਂ ਥੋੜ੍ਹਾ ਜਿਹਾ ਮੈਂ ਇਹ ਐਡ ਕਰਨਾ ਚਾਹਾਂਗਾ ਕਿ ਕਟਰੂ ਬਛਰੂ ਦੀ ਜਿਹੜੀ ਵਾਧੇ ਦੀ ਇਹ ਹੁੰਦੀ ਆ ਉਮਰ, ਉਹਦੇ ਵਿੱਚ ਕਾਫ ਸਟਾਰਟਰ ਜਾਂ ਵੰਡ ਦੀ ਗੱਲ ਤਾਂ ਆਪਾਂ ਕਰ ਲਈ, ਲੇਕਿਨ ਜਿਹੜਾ ਫੋਡਰ ਕੁਆਲਿਟੀ ਨੂੰ ਥੋੜ੍ਹਾ ਹੀ ਡਿਸਕਸ ਕੀਤਾ। ਫੋਡਰ ਕੁਆਲਿਟੀ ਬਹੁਤ ਇੰਪੋਰਟੈਂਟ ਆ, ਚਾਰੇ ਦੀ ਕੁਆਲਿਟੀ। ਡਾਕਟਰ ਗਰੇਵਾਲ ਜੀ, ਤੁਸੀਂ ਬੜੇ ਸੁਚੱਜੇ ਢੰਗ ਦੇ ਨਾਲ ਜਿਹੜਾ ਉਹ ਦੱਸਿਆ, ਕਿਉਂਕਿ ਸਾਡੀ ਡੇਅਰੀ ਦੇ ਬੁਨਿਆਦ ਨੇ ਜਿਹੜੇ ਅੱਗੋਂ ਸਾਡੇ ਬੱਚੇ ਹੁੰਦੇ ਆ, ਅਤੇ ਇਸ ਕਰਕੇ ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਤੋਂ ਵੱਧ ਤੋਂ ਵੱਧ ਲਾਹਾ ਲੈਣਗੇ ਅਤੇ ਵਧੀਆ ਤਰੀਕੇ ਦਾ ਕਾਫ ਸਟਾਰਟਰ ਜਾਂ ਤਾਂ ਉਹ ਬਾਜ਼ਾਰ 'ਚੋਂ ਲੈ ਸਕਣਗੇ, ਅਤੇ ਜੇ ਵੱਡੇ ਡੇਅਰੀ ਫਾਰਮ ਨੇ ਅਤੇ ਉਹ ਤੁਹਾਡੇ ਕੋਲ ਵੀ ਆ ਕੇ ਜਿਹੜਾ ਸਾਰਾ ਇਹ ਗੁਣ ਲੈ ਸਕਦੇ ਵੀ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਏ। ਬਹੁਤ ਸ਼ੁਕਰੀਆ ਜੀ।